ਪ੍ਰਿੰਸੀਪਲ ਨਿਰੰਜਨ ਸਿੰਘ ਦੀ ਪੁਸਤਕ ਪ੍ਰੇਮ ਕਣੀ ਦਾ 11ਵਾਂ ਅੰਗ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੇ ਬਿਰਦ ਕਰ ਆਸਰੋ ਸਮਾਰੋ। ਰਾਮੂ ਢੋਟੀਆਂ ਦੇ ਰਹਿਣ ਵਾਲਾ ਇੱਕ ਜੱਟ ਸਿੱਖ ਸੀ। ਮਾਪੇ ਇਹਦੇ ਮਰ ਚੁੱਕੇ ਸਨ। ਕੋਈ 10 ਕੁ ਵਿਗੇ ਇਹਦੇ ਹਿੱਸੇ ਦੀ ਜ਼ਮੀਨ ਸੀ। ਰਾਮੂ ਦੀ ਇੱਕੋ ਭੈਣ ਸੀ ਜਿਹੜੀ ਨੁਸ਼ਹਿਰੇ ਵਿਆਹੀ ਸੀ। ਰਾਮੂ ਦੀ ਆਪਣੀ ਸ਼ਾਦੀ ਆਪਣੇ ਬਾਪ ਦੇ ਜਿਉਂਦਿਆਂ ਛੋਟੀ ਉਮਰ 'ਚ ਹੀ ਪਿੰਡ ਕੰਗ 'ਚ ਹੋਈ ਸੀ। ਮੁੰਡਾ ਮਰਨ ਤੋਂ 3-4 ਦਿਨ ਪਿੱਛੋਂ ਰਾਮੂ ਦੀ ਜਨਾਨੀ ਕੱਪੜਾ ਲੀੜਾ ਆਦਿ ਸਭ ਕੁਝ ਲੈ ਕੇ ਪੇਕੇ ਚਲੀ ਗਈ। ਮਹੀਨੇ ਕੁ ਮਗਰੋਂ ਰਾਮੂ ਉਹਨੂੰ ਲੈਣ ਲਈ ਕੰਗ ਗਿਆ, ਪਰ ਉਹਨਾਂ ਤੋਰਨੋਂ ਨਾ ਕਰ ਦਿੱਤੀ। ਰਾਮੂ ਨੇ ਜ਼ਿੱਦ ਕੀਤੀ, ਲੜਾਈ ਦੰਗਾ ਵੀ ਕੀਤਾ। ਅਖੀਰ ਉਹਦੇ ਸਾਲਿਆਂ ਨੇ ਗੁੱਸੇ 'ਚ ਆ ਕੇ ਉਹਨੂੰ ਬੜਾ ਮਾਰਿਆ ਅਤੇ ਕਿਹਾ, ਅਸੀਂ ਭੈਣ ਨੂੰ ਭਾਵੇਂ ਘਰ ਰੱਖੀਏ ਭਾਵੇਂ ਹੋਰ ਕਿਤੇ ਬਿਠਾ ਦਈਏ, ਪਰ ਤੇਰੇ ਨਾਲ ਕਦਾਚਿਤ ਨਹੀਂ ਤੋਰਾਂਗੇ। ਤੂੰ ਡਾਕੂ ਤੇ ਕਾਤਲ ਹੈ। ਸਾਡੀ ਭੈਣ ਤੇਰੇ ਹੱਥੋਂ ਇੰਨੀ ਤੰਗ ਹੈ ਕਿ ਤੇਰਾ ਮੂੰਹ ਨਹੀਂ ਵੇਖਣਾ ਚਾਹੁੰਦੀ। ਮਾਰ ਖਾ ਕੇ ਰਾਮੂ ਅੰਮ੍ਰਿਤਸਰ ਵਾਪਸ ਆਇਆ। ਜਿਸ ਮਕਾਨ 'ਚ ਟੱਬਰ ਸਮੇਤ ਰਹਿੰਦਾ ਸੀ ਉਹ ਤਾਂ ਕਿਰਾਇਆ ਨਾ ਦੇਣ ਕਰਕੇ ਮਾਲਕਾਂ ਨੇ ਖਾਲੀ ਕਰਾ ਲਿਆ ਸੀ। 2-4 ਘੰਟੇ ਬਾਜ਼ਾਰਾਂ 'ਚ ਫਿਰਦਾ ਰਿਹਾ। ਦੋਸਤਾਂ ਯਾਰਾਂ ਕੋਲ ਵੀ ਗਿਆ, ਪਰ ਹਰ ਥਾਂ ਉਹਨੂੰ ਇਹੋ ਭਾਸੇ ਕਿ ਲੋਕੀ ਮੈਥੋਂ ਕੰਨੀ ਕਤਰਾਉਂਦੇ ਅਤੇ ਮੇਰੇ ਤੋਂ ਨਫ਼ਰਤ ਕਰਦੇ ਨੇ। ਆਖਰ ਜਦ ਰਾਤ ਪੈ ਗਈ ਤਾਂ ਇੱਕ ਹਲਵਾਈ ਦੇ ਚੁਬਾਰੇ 'ਤੇ ਧੱਕੋ ਧੱਕੀ ਜਾ ਚੜ੍ਹਿਆ। ਆਖਣ ਲੱਗਾ, ਭਾਈਆ ਗੁਰਨਾਮ ਸਿੰਘਾ, ਅੱਜ ਮੈਂ ਰਾਤ ਤੇਰੇ ਕੋਲ ਕੱਟਣੀ ਹੈ ਅਤੇ ਪ੍ਰਸ਼ਾਦ ਵੀ ਤੇਰੇ ਕੋਲੋਂ ਛਕਣਾ ਹੈ। ਗੁਰਨਾਮ ਸਿੰਘ ਕੁਝ ਸ਼ਰਮ ਅਤੇ ਕੁਝ ਡਰ ਕਰਕੇ ਕਹਿਣ ਲੱਗਾ, ਅੱਛਾ ਰਾਮਿਆ, ਦੁਨੀਆ ਤੇ ਤੈਨੂੰ ਨੇੜੇ ਨਹੀਂ ਲੱਗਣ ਦਿੰਦੀ, ਪਰ ਅਸਾਂ ਤੇ ਤੈਨੂੰ ਨਹੀਂ ਨਾ ਛੱਡ ਦੇਣਾ। ਅਤੇ ਰਾਮੂ ਜਦ ਰਾਤ ਨੂੰ ਮੰਜੇ 'ਤੇ ਲੇਟਿਆ ਤਾਂ ਉਹਦੇ ਮਨ ਦੀ ਅਵਸਥਾ ਬੜੀ ਅਜੀਬ ਸੀ। ਉਹਦਾ ਮਨ ਆਖੇ, ਰਾਮਿਆ ਤੇਰੇ ਜੀਵਨ 'ਤੇ ਧਿਰਕਾਰ ਹੈ, ਤੇਰਾ ਜਿਉਣਾ ਤੇ ਕੁੱਤਿਆਂ ਨਾਲੋਂ ਵੀ ਭੈੜਾ ਹੈ। ਹਰ ਇੱਕ ਤੇਰੇ ਤੋਂ ਨਫ਼ਰਤ ਕਰਦਾ ਹੈ, ਹਰ ਇੱਕ ਤੈਨੂੰ ਦੁਰਕਾਰਦਾ ਹੈ। ਕੋਈ ਐਸਾ ਆਦਮੀ ਜਹਾਨ 'ਚ ਹੈ ਜਿਹੜਾ ਤੇਰੇ ਨਾਲ ਪਿਆਰ ਕਰੇ ਜਾਂ ਜਿਹੜਾ ਤੇਰੇ 'ਤੇ ਤਰਸ ਹੀ ਕਰੇ। ਅਤੇ ਅੰਦਰੋਂ ਜਵਾਬ ਆਇਆ, ਹਾਂ ਮੇਰੀ ਭੈਣ ਤਾਂ ਮੇਰੇ ਨਾਲ ਪਿਆਰ ਕਰਦੀ ਹੈ। ਫਿਰ ਮਨ ਨੇ ਆਖਿਆ, ਇਸੇ ਕਰਕੇ ਕਿ ਉਹਨੇ ਤੇਰੀਆਂ ਕਰਤੂਤਾਂ ਨਹੀਂ ਵੇਖੀਆਂ। ਤੇਰੀ ਜਨਾਨੀ ਜਿਹੜੀ ਤੇਰੀ ਪੱਕੀ ਸਾਥਣ ਸੀ ਅਤੇ ਜਿਹੜੀ ਤੈਨੂੰ ਦਿਲੋਂ ਮਨੋਂ ਪਿਆਰ ਕਰਦੀ ਸੀ, ਤੇਰੇ ਕਰਮ ਵੇਖ ਕੇ ਤੈਨੂੰ ਚੰਡਾਲ ਸਮਝਣ ਲੱਗ ਪਈ ਹੈ। ਰਾਮੂ ਕਚੀਚੀ ਲੈ ਕੇ ਮੰਜੇ ਤੋਂ ਉੱਠ ਬੈਠਾ ਅਤੇ ਕਹਿਣ ਲੱਗਾ, ਅੱਛਾ ਦੁਨੀਆ ਮੇਰੇ ਤੋਂ ਨਫ਼ਰਤ ਕਰਦੀ ਹੈ ਅਤੇ ਮੈਂ ਦੁਨੀਆ ਤੋਂ ਨਫ਼ਰਤ ਕਰਾਂਗਾ। ਇਹੋ ਗੱਲ ਹੈ ਨਾ ਕਿ ਮੈਂ ਗਰੀਬ ਹਾਂ, ਮੇਰਾ ਪਖੰਡ ਨਹੀਂ ਚੱਲਿਆ। ਉਹ ਵੇਖੋ ਸੰਤ ਵੱਲ, ਉਹਦਾ ਫੌੜ ਚੱਲਿਆ ਹੋਇਆ, ਨਾਲੇ ਮੌਜਾਂ ਮਾਣਦਾ ਨਾਲੇ ਇੱਜ਼ਤ ਕਰਾਉਂਦਾ ਹੈ। ਨਹੀਂ ਰਾਮਿਆ, ਦੁਨੀਆ 'ਚ ਤੇਰੇ ਨਾਲੋਂ ਗਰੀਬ ਵੀ ਬਹੁਤ ਨੇ। ਪਿੰਡਾਂ ਦੇ ਰਾਖਕਾਂ ਦਾ ਖਿਆਲ ਕਰ, ਗਰੀਬ ਕਿਰਤੀਆਂ ਦਾ ਖਿਆਲ ਕਰ। ਮੇਰਾ ਮਨ ਕਾਲਾ ਹੈ, ਤੇਰੀ ਆਤਮਾ ਮਲੀਨ ਹੈ, ਇਸੇ ਕਰਕੇ ਤੂੰ ਧਿਰਕਾਰਿਆ ਗਿਆ। ਅੱਛਾ ਹੁਣ ਕੀ? ਹੁਣ ਪਿਛਾਂ 'ਤੇ ਜਾ ਹੀ ਨਹੀਂ ਸਕਦੇ। ਪੈਸੇ ਹੋ ਗਏ ਤਾਂ ਆਪੇ ਜਨਾਨੀ ਆਏਗੀ ਅਤੇ ਰਿਸ਼ਤੇਦਾਰ ਵੀ ਇੱਜ਼ਤ ਕਰਨਗੇ ਅਤੇ ਲੋਕ ਵੀ ਵਾਹ-ਵਾਹ ਆਖਣਗੇ। ਖੇਡ ਤਾਂ ਸਾਰੀ ਪੈਸੇ ਦੀ ਹੈ ਰਾਮਿਆ। ਭਾਵੇਂ ਡਾਕੇ ਮਾਰ, ਭਾਵੇਂ ਕਤਲ ਕਰ, ਪਰ ਜੇ ਸੁੱਖ ਚਾਹੁੰਦਾ ਹੈ ਤਾਂ ਪੈਸਾ ਦੱਬ ਕੇ ਇਕੱਠਾ ਕਰ। ਫਿਰ ਅੰਦਰੋਂ ਆਵਾਜ਼ ਆਈ, ਨਹੀਂ ਰਾਮਿਆ, ਇਹ ਗਲਤ ਹੈ। ਜੇ ਪੈਸੇ 'ਚ ਖੁਸ਼ੀ ਹੁੰਦੀ ਤਾਂ ਤੇਰੇ ਪਿੰਡ ਦਾ ਬਰਕਤ ਸ਼ਾਹ ਸਾਰਿਆਂ ਨਾਲੋਂ ਜ਼ਿਆਦਾ ਖੁਸ਼ ਹੁੰਦਾ, ਪਰ ਉਸ ਨਾਲੋਂ ਤੇ ਲੱਛੂ ਚੂੜਾ ਹੀ ਜ਼ਿਆਦਾ ਖੁਸ਼ ਹੈ। ਮਿਹਨਤੀ ਅਤੇ ਦਿਆਨਤਦਾਰ ਆਦਮੀ ਹੈ, ਆਪਣੀ ਕਿਰਤ ਕਰਦਾ, ਲੋਕੀ ਉਹ 'ਤੇ ਪ੍ਰਸੰਨ ਰਹਿੰਦੇ ਹੈ, ਉਹਦਾ ਆਦਰ ਭਾਗ ਕਰਦੇ ਹੈ। ਅੱਛਾ ਮਨਾ, ਹੁਣ ਛੱਡ ਮੇਰਾ ਖਹਿੜਾ, ਛੱਡ ਤੂੰ ਹੁਣ ਮੈਨੂੰ ਛੱਡ। ਸਵੇਰੇ ਮੈਂ ਦਰਬਾਰ ਸਾਹਿਬ ਚੱਲਾਂਗਾ, ਵੇਖਾਂ ਉਹ ਕੀ ਆਖਦੇ ਨੇ। ਅਤੇ ਦੂਜੇ ਦਿਨ ਸਵੇਰੇ ਰਾਮੂ ਉੱਠਿਆ, ਮੂੰਹ ਹੱਥ ਧੋ ਕੇ ਕੁਝ ਬੇਵਸਾ ਜਿਹਾ ਹੀ ਦਰਬਾਰ ਸਾਹਿਬ ਵੱਲ ਤੁਰ ਪਿਆ। ਮੂੰਹ ਹਨੇਰਾ ਸੀ। ਕਈ ਜਨਾਨੀਆਂ ਮਰਦ ਛੇਤੀ ਹਰਿਮੰਦਰ ਸਾਹਿਬ ਵੱਲ ਜਾਂਦੇ ਸੀ ਅਤੇ ਰਾਮੂ ਵੀ ਸਹਿਜੇ ਉਹਨਾਂ ਦੇ ਮਗਰ ਤੁਰ ਪਿਆ। ਰਾਮੂ ਅੰਦਰ ਜਾ ਕੇ ਮੱਥਾ ਟੇਕ ਕੇ ਜਿੱਥੇ ਗ੍ਰੰਥੀ ਸਿੰਘ ਬੈਠਦਾ ਉਹਦੇ ਲਾਗੇ ਇੱਕ ਥਾਂ ਬੈਠ ਗਿਆ। ਜਿਹੜੇ ਲੋਕ ਅੱਗੇ ਬੈਠੇ ਕੀਰਤਨ ਸੁਣਦੇ ਸੀ ਉਹ ਰਾਮੂ ਨੂੰ ਵੇਖ ਕੇ ਘਬਰਾ ਗਏ, ਸਮਝਣ ਲੱਗੇ ਕੋਈ ਗੰਢ ਕੱਪਣ ਲਈ ਆਇਆ। ਸਹਿਜੇ ਸਾਰੇ ਉਹਦੇ ਲਾਗਿਓਂ ਖਿਸਕ ਗਏ। ਮਹਾਤਮਾ ਜੀ ਵੀ ਲਾਗੇ ਹੀ ਬੈਠੇ ਸਨ। ਇਹ ਕੌਤਕ ਵੇਖ ਕੇ ਉੱਠ ਕੇ ਰਾਮੂ ਦੇ ਕੋਲ ਆ ਬੈਠੇ। ਭਾਈ ਰਾਮਾ ਭਾਈ ਗੁਰਦਾਸ ਜੀ ਦੇ ਇਸ ਕਬਿਤ ਦਾ ਕੀਰਤਨ ਕਰ ਰਿਹਾ ਸੀ। ਭਗਤ ਵਛਲ ਸੁਨ ਹੋਤ ਨਿਰਾਸ ਹਿਰਦੈ, ਪਤਿਤ ਪਾਵਨ ਸੁਨ ਆਸਾ ਉਰਧਾਰ ਹੋਂ, ਅੰਤਰਜਾਮੀ ਸੁਨ ਕੰਪਤ ਹੋਂ ਅੰਤਰਗਤ, दीन को दयाल सुन पै प्रमटार हों, जलधर संगम कैफल सेम्बल द्रम, चंदन सुगंध सनबंद मलगार हों, अपनी करनी कर नरक हूँ न पावो ठौर, तुमरे बिरद कर आसरो समार हो। इस कबित ਦੀ ਅਖੀਰੀ ਤੁਕ ਦਾ ਆਸਰਾ ਲੈ ਕੇ ਭਾਈ ਰਾਮੇ ਨੇ ਬੜੇ ਪ੍ਰਮਾਣ ਦਿੱਤੇ ਔਰ ਬੜਾ ਰਸ ਬੰਨਿਆ। ਕਦੇ ਗਨਕਾ ਦਾ ਪ੍ਰਮਾਣ ਲਿਆਵੇ, ਕਦੇ ਅਜਾਮਲ ਦਾ। ਸਰੋਤਿਆਂ ਦੇ ਮਨ 'ਤੇ ਇਸ ਕੀਰਤਨ ਦਾ ਬੜਾ ਅਸਰ ਹੋਇਆ।
ਮਹਾਤਮਾ ਨੇ ਰਾਮੂ ਕੋਲ ਬੈਠਦਿਆਂ ਅੱਖਾਂ ਮੀਟ ਲਈਆਂ। ਰਾਮੂ ਨੇ ਵੀ ਉਹਨਾਂ ਵੱਲ ਵੇਖ ਕੇ ਅੱਖਾਂ ਮੀਟ ਲਈਆਂ। ਮਹਾਤਮਾ ਜੀ ਕੀਰਤਨ ਦੇ ਵਜਦ 'ਤੇ ਜਾ ਕੇ ਝੂਮਣ ਲੱਗ ਪਏ। ਰਾਮੂ ਵੀ ਉਸੇ ਤਰ੍ਹਾਂ ਪਿੱਛੇ ਪਿੱਛੇ। ਅੰਤ ਨੂੰ ਮਹਾਤਮਾ ਜੀ ਇਸ ਤਰ੍ਹਾਂ ਜਾਪੇ ਜਿਸ ਤਰ੍ਹਾਂ ਵਿਦੇਹ ਹੋ ਗਏ ਹਨ। ਰਾਮੂ ਘੜੀ ਕੁ ਪਿੱਛੋਂ ਅੱਖਾਂ ਖੋਲ੍ਹੇ, ਉਸ ਮੂਰਤੀ ਵੱਲ ਵੇਖ ਕੇ ਫਿਰ ਬੰਦ ਕਰ ਲਏ। ਇਹ ਗੱਲ ਠੀਕ ਹੈ ਕਿ ਰਾਮੂ ਨੇ ਬੜਾ ਯਤਨ ਕੀਤਾ ਕਿ ਮਨ ਨੂੰ ਇਕਾਗਰ ਕਰਕੇ ਕੀਰਤਨ ਸੁਣੇ, ਬਾਣੀ ਸਮਝੇ, ਪਰ ਉਸ ਨੇ ਸਿਵਾਏ ਦੋਹਾਂ ਗੱਲਾਂ ਤੋਂ ਹੋਰ ਕੁਝ ਸਮਝ ਨਾ ਆਏ। ਪਹਿਲੀ ਗੱਲ ਕਿ ਕੋਈ ਖਾਸ ਗੱਲ ਹੋਵੇ ਤਾਂ ਪਾਪੀ ਵੀ ਧਰ ਸਕਦੇ ਆ, ਅਤੇ ਦੂਜਾ ਇਹ ਕਿ ਕਵਿਤੇ ਦੀ ਆਖਰੀ ਤੁਕ ਜਿੱਥੇ ਰਾਗੀ ਮੁੜ ਮੁੜ ਆ ਕੇ ਪ੍ਰਮਾਣ ਟੁਕਾਉਂਦੇ ਸੀ, ਉਹਨੂੰ ਕੰਠ ਹੋ ਗਈ। ਰਾਮੂ ਨੂੰ ਜਾਪਿਆ ਜਿਵੇਂ ਉਹਦੇ ਮਨ 'ਚ ਜ਼ਰਾ ਕੁ ਠੰਡ ਵਰਤ ਗਈ ਹੁੰਦੀ ਹੈ। ਆਖਰ ਜਦ ਭੋਗ ਪਿਆ ਤੇ ਕੜਾਹ ਪ੍ਰਸ਼ਾਦ ਵਰਤਿਆ, ਸਾਰੀ ਸੰਗਤ ਉੱਠ ਗਈ। ਮਹਾਤਮਾ ਜੀ ਵੀ ਉੱਠੇ ਤੇ ਰਾਮੂ ਵੱਲ ਅੱਖਾਂ ਕਰਕੇ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਭਾਈ ਰਾਮ ਸਿੰਘ, ਤੂੰ ਧੰਨ ਹੈ। ਰਾਮੂ ਕੁਝ ਘਬਰਾ ਗਿਆ ਤੇ ਘਬਰਾਹਟ 'ਚ ਉਹਨੂੰ ਹੋਰ ਕੁਝ ਨਾ ਔੜਿਆ। ਉਹ ਵੀ ਹੱਥ ਜੋੜ ਕੇ ਕਹਿਣ ਲੱਗਾ, ਮਹਾਤਮਾ ਜੀ ਤੁਸੀਂ ਧੰਨ ਹੋ। ਲੋਕੀ ਸਾਰੇ ਆਪਣੋਂ ਘਰੀ ਚਲੇ ਗਏ। ਰਾਮੂ ਉੱਠ ਕੇ ਅਕਾਲ ਤਖਤ ਸਾਹਿਬ ਵੱਲ ਆ ਗਿਆ। ਇੱਕ ਨੁੱਕਰੇ ਲਾ ਕੇ ਲੰਮਾ ਪੈ ਗਿਆ। ਵੇਖਣ ਵਾਲੇ ਸਾਰੇ ਜਨਾਨੀਆਂ ਮਰਦ ਆਖਣ ਕਿ ਇਹ ਚੱਕਾ ਅੱਜ ਕਿਸੇ ਦਾਅ 'ਤੇ ਹੈ, ਇਹ ਕੁਝ ਕਾਰਾ ਕਰੇਗਾ। ਰਾਮੂ ਦਾ ਅੰਦਰਲਾ ਦਰਅਸਲ ਉਖੜਿਆ ਹੋਇਆ ਸੀ। ਉਹਨੂੰ ਨਾ ਕੁਝ ਸੁੱਝੇ ਨਾ ਕੁਝ ਬੁੱਝੇ, ਭੁੱਖਾ ਭਾਣਾ ਸਾਰਾ ਦਿਨ ਉੱਥੇ ਹੀ ਪਿਆ ਰਿਹਾ। ਸ਼ਾਮ ਨੂੰ ਫਿਰ ਅੰਦਰ ਦਰਬਾਰ ਸਾਹਿਬ ਗਿਆ ਤੇ ਘੰਟਾ ਕੁ ਭਰ ਕੀਰਤਨ ਸੁਣਦਾ ਰਿਹਾ। ਫਿਰ ਉੱਠਿਆ। ਜਦ ਝੁਕ ਮੁੱਖਾ ਜਿਹਾ ਹੋ ਗਿਆ ਤਾਂ ਗੁਰੂ ਕੇ ਲੰਗਰ ਵੱਲ ਚਲਾ ਗਿਆ ਤੇ ਉੱਥੋਂ 2 ਪ੍ਰਸ਼ਾਦੇ ਹੱਥ 'ਤੇ ਹੀ ਲੈ ਕੇ ਖਾਣ ਲੱਗ ਪਿਆ ਤੇ ਫਿਰ ਪਰਿਕਰਮਾ 'ਚ ਆ ਕੇ ਲੇਟ ਗਿਆ। ਅਜੇ ਲੇਟਿਆਂ ਨੂੰ ਥੋੜ੍ਹੇ ਮਿੰਟ ਹੀ ਹੋਏ ਸੀ ਕਿ ਮੀਂਹ ਦੀ ਫੁਹਾਰ ਸ਼ੁਰੂ ਹੋ ਗਈ। ਰਾਮੂ ਨੂੰ ਪਤਾ ਨਾ ਲੱਗੇ ਕਿ ਜਾਏ ਕਿੱਧਰ। ਆਖਰ ਬਾਬਾ ਟਾਲ ਸਾਹਿਬ ਵੱਲੋਂ ਹੁੰਦਾ ਹੋਇਆ ਗੁਰੂ ਬਾਜ਼ਾਰ 'ਚ ਗਿਆ। ਉੱਥੇ ਉਹਦਾ ਇੱਕ ਬੇਲੀ ਸੁੰਦਰ ਚੁਬਾਰੇ 'ਚ ਰਹਿੰਦਾ ਸੀ। ਦਰਵਾਜ਼ਾ ਖੜਕਾ ਕੇ ਕਹਿਣ ਲੱਗਾ, ਸੁੰਦਰ ਬੂਹਾ ਖੋਲ। ਸੁੰਦਰ ਨੇ ਬੂਹਾ ਖੋਲ੍ਹਿਆ ਤੇ ਦੋਸਤ ਨੂੰ ਵੇਖ ਕੇ ਕਹਿਣ ਲੱਗਾ, ਆਈਏ ਭਾਈ ਰਾਮ ਸਿੰਘ, ਇਸ ਵੇਲੇ ਕਿੱਧਰੋਂ? ਮਿੱਤਰਾ ਕੀ ਦੱਸੀਏ, ਦੁਨੀਆ ਤੇ ਪੈਸੇ ਵਾਲੇ ਦੀ ਏ। ਮੈਂ ਤਾਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਰੁਲਦਾ ਫਿਰਦਾ ਸਾਂ, ਪਰ ਮੀਂਹ ਲੱਗਾ ਤੇ ਮੈਂ ਆਖਿਆ ਚੱਲ ਆਪਣੇ ਦੋਸਤ ਪਾਸ ਚਲੀਏ। ਆਈਏ ਜੀ ਆਇਆਂ ਨੂੰ। ਅਸਾਂ ਦੋਸਤੀ ਤੋਂ ਨਹੀਂ ਨਾ ਭੱਜ ਜਾਣਾ। ਦੱਸ ਮਿੱਤਰਾ, ਤੇਰੀ ਕੀ ਖਾਤਰ ਕਰੀਏ? ਜੇ ਪੱਲੇ ਪੈਸੇ ਹੈਗੇ ਨਹੀਂ ਤਾਂ ਕਰ ਗਮਾਂ ਨੂੰ ਦੂਰ। ਲੈ ਵੀ, ਮੈਂ ਹੁਣੇ ਠੇਕਿਓਂ ਬੋਤਲ ਲਿਆਉਣਾ। ਛੜੀ ਬੋਤਲ ਹੀ ਨਹੀਂ ਨਾ, ਨਾਲ ਕੋਈ ਸਮਾਨ ਵੀ, ਕੋਈ ਗੁਰਦੇ, ਕੋਈ ਕਪੂਰੇ, ਕੁਛ ਲਿਆਵੇਂ ਹੀ ਤਾਂ ਨਾ। ਸੁੰਦਰ ਜਾ ਕੇ ਇੱਕ ਬੋਤਲ ਸ਼ਰਾਬ ਤੇ ਮਾਸ ਸਾਧ ਲੈ ਆਇਆ। ਸੁੰਦਰਾ, ਕੋਈ ਤਾਸ਼ ਵੀ ਰੱਖੀ ਹੋਈ ਹੈ? ਤਾਸ਼ ਸਾਹਮਣੇ ਸੁੱਟ ਕੇ, ਤਾਸ਼ ਬਿਨਾਂ ਸਾਡਾ ਕਿਸ ਤਰ੍ਹਾਂ ਗੁਜ਼ਾਰਾ ਹੋ ਸਕਦਾ ਹੈ? ਦੋਹਾਂ ਜਣਿਆਂ ਮਾਸ ਤੇ ਸ਼ਰਾਬ ਦੀ ਬੋਤਲ ਰੱਖ ਲਈ ਤੇ ਤਾਸ਼ ਖੇਡਣ ਲੱਗ ਪਏ। ਖੇਡਦਿਆਂ 1 ਵੱਜ ਗਿਆ, 2 ਵੱਜ ਗਏ, ਮਾਸ ਤੇ ਸ਼ਰਾਬ ਮੁੱਕ ਗਈ। ਤਾਸ਼ ਦੀ ਖੇਡ ਮੁੱਕਣ ਤੋਂ ਪਹਿਲਾਂ ਦੋਵੇਂ ਗਾਲੋ ਗਾਲੀ ਹੋਏ, ਫਿਰ ਘਸੁੰਨ ਮੁੱਕੀ ਤੱਕ ਪਹੁੰਚ ਗਏ। ਸੁੰਦਰ ਰਾਮੂ ਨੂੰ ਧੱਕੇ ਦੇਵੇ, ਤੂੰ ਬਾਹਰ ਨਿਕਲ। ਰਾਮੂ ਸਰੀਰ ਦਾ ਤਕੜਾ ਸੀ। ਉਹਨੂੰ ਆਖੇ, ਮੈਂ ਤੈਨੂੰ ਅੱਜ ਜਾਨੋਂ ਮਾਰ ਕੇ ਜਾਣਾ। ਆਖਿਰ ਆਪੇ ਹੀ ਦੋਵੇਂ ਠੰਡੇ ਹੋ ਗਏ ਤੇ ਰਾਜੀਨਾਮਾ ਕਰਕੇ ਦੋਵੇਂ ਇੱਕੋ ਮੰਜੇ 'ਤੇ ਸੌਂ ਗਏ। ਦੂਜੇ ਦਿਨ ਕੋਈ 10 ਕੁ ਵਜੇ ਸਵੇਰੇ ਜਾਗੇ ਤੇ ਉੱਠ ਕੇ ਚਾਟੀਵਿੰਡ ਦੇ ਦਰਵਾਜ਼ੇ ਦੇ ਬਾਹਰ ਖੇਤਾਂ ਵੱਲ ਚਲੇ ਗਏ। ਉੱਧਰ ਲਾਗੇ ਇੱਕ ਨਿਹੰਗ ਸਿੰਘਾਂ ਦਾ ਡੇਰਾ ਸੀ, ਉੱਥੇ ਜਾ ਵੜੇ। ਜਾਂਦਿਆਂ ਹੀ ਰਾਮੂ ਕਹਿਣ ਲੱਗਾ, ਨਿਹੰਗ ਸਿੰਘ ਜੀ, ਆਨੰਦ ਪ੍ਰਸੰਨ ਹੋ। ਆਓ ਖਾਲਸਾ ਜੀ, ਗੁਰੂ ਕੀ ਦੇਗ ਤਿਆਰ ਹੈ, ਗੱਫੇ ਲਓ। ਨਿਹੰਗ ਸਿੰਘ ਜੀ, ਅਸਾਂ ਅਜੇ ਇਸ਼ਨਾਨ ਕਰਨਾ। ਉਹ ਲਾਗੇ ਖੂਹ ਹੈ, ਉੱਥੇ ਇਸ਼ਨਾਨ ਕਰ ਆਓ। ਰਾਮੂ ਤੇ ਸੁੰਦਰ ਦੋਵੇਂ ਨਹਾ ਕੇ ਨਿਹੰਗਾਂ ਦੇ ਡੇਰੇ 'ਤੇ ਆ ਗਏ ਤੇ ਲੱਗੇ ਪ੍ਰਸ਼ਾਦੀਆਂ ਉਡਾਉਣ। ਖਾ ਕੇ ਘੜੀ ਲੰਮੇ ਪੈ ਗਏ। ਕਹਿਣ ਲੱਗੇ, ਨਿਹੰਗ ਸਿੰਘ ਜੀ, ਸੁੱਖ ਨਿਧਾਨ ਦੀ ਦੇਗ ਤੁਸਾਂ ਨਹੀਂ ਚਕਾਈ। ਨਿਹੰਗ ਸਿੰਘ ਕਹਿਣ ਲੱਗਾ, ਸੁੱਖ ਨਿਧਾਨ ਦੀ ਦੇਗ ਦੁਪਹਿਰੇ ਤਿਆਰ ਹੁੰਦੀ ਹੈ, ਠਹਿਰੋ, ਖੂਬ ਗਹਿਰੇ ਗੱਫੇ ਲਾਵਾਂਗੇ। ਇਹਨਾਂ ਜਾਣਾ ਕਿੱਥੇ ਸੀ? ਸ਼ਾਮ ਵੇਲੇ ਤੱਕ ਉੱਥੇ ਹੀ ਸੁੱਤੇ ਰਹੇ। ਸ਼ਾਮ ਵੇਲੇ ਫਿਰ ਕੁੰਡਾ ਖੜਕਣ ਲੱਗਾ ਤੇ ਸੁੱਖ ਨਿਧਾਨ ਦਾ ਦੇਗਾ ਤਿਆਰ ਹੋਇਆ। ਨਿਹੰਗ ਸਿੰਘ ਨੇ ਖੂਬ ਛੰਨਾ ਭਰ ਕੇ ਦੋਵਾਂ ਨੂੰ ਦਿੱਤਾ, ਪਰ ਸੁੰਦਰ ਘਬਰਾਏ ਤੇ ਆਖੇ, ਨਿਹੰਗ ਸਿੰਘ ਜੀ, ਮੈਂ ਆਦੀ ਨਹੀਂ, ਮੈਂ ਨਹੀਂ ਪੀਣਾ। ਨਿਹੰਗ ਸਿੰਘ ਜੀ ਨੇ ਆਖਿਆ, ਅੱਛਾ ਸਵਾਇਆ ਹੀ ਛਕੋ। ਪੀਣ ਤੇ ਕੋਈ ਅੱਧੇ ਘੰਟੇ ਬਾਅਦ ਸੁੰਦਰ ਆਖਣ ਲੱਗਾ, ਰਾਮਿਆ, ਮੈਨੂੰ ਤੇ ਜ਼ਮੀਨ ਫਿਰਦੀ ਨਜ਼ਰ ਆਉਂਦੀ ਹੈ। ਰਾਮੂ ਆਖਣ ਲੱਗਾ, ਸਾਲਿਆ, ਜ਼ਮੀਨ ਤੇ ਅਸਮਾਨ ਦੋਵੇਂ ਫਿਰਦੇ ਆ, ਤੂੰ ਛੜੀ ਜ਼ਮੀਨ ਦੀ ਦੱਸਦਾ। ਨਿਹੰਗ ਸਿੰਘ ਸੁਣ ਕੇ ਕਹਿਣ ਲੱਗਾ, ਇਹ ਮਰਦੂਦ ਕੋਈ ਟੰਟਾ ਹੀ ਪਾਣਗੇ। ਇਹਨਾਂ ਨੂੰ ਅੰਬ ਦਾ ਅਚਾਰ ਖਵਾਓ। ਘੰਟਾ 2 ਘੰਟੇ ਉੱਥੇ ਬੇਸੁੱਧ ਜੇ ਹੋ ਕੇ ਪਏ ਰਹੇ ਤੇ ਜਦੋਂ ਹਨੇਰਾ ਹੋਇਆ ਦੋਵੇਂ ਉੱਠੇ ਤੇ ਸੁੰਦਰ ਆਖਣ ਲੱਗਾ, ਅੱਛਾ ਭਾਈ ਰਾਮਿਆ, ਮੈਂ ਤੇ ਚੱਲਦਾ। ਰਾਮੂ, ਮੈਂ ਢੱਠੇ ਖੂਹ 'ਚ ਪਵਾਂ? ਤੂੰ ਚੱਲਦਾ ਏ ਤੇ ਮੈਂ ਕਿੱਥੇ ਜਾਵਾਂ? ਮੈਂ ਵੀ ਤੇਰੇ ਨਾਲ ਹੀ ਚੱਲਦਾ। ਸੁੰਦਰ ਨੇ ਕਿਹਾ, ਜਿੰਨੀ ਨਾਤੀ ਓਨਾ ਹੀ ਪੁੰਨ, ਜਿੱਧਰ ਤੇਰੀ ਮਰਜ਼ੀ ਹੈ ਤੂੰ ਜਾ। ਇਹ ਕਹਿ ਕੇ ਸੁੰਦਰ ਤਾਂ ਪੱਤਰਾ ਵਾਚ ਗਿਆ ਤੇ ਰਾਮੂ ਲੱਗਾ ਬਿਟ ਵੇਖਣ।
ਅੱਖਾਂ ਹੇਠਾਂ ਕਰਕੇ ਤੁਰ ਪਿਆ, ਕਦੇ ਕਿਸੇ ਬਾਜ਼ਾਰ ਕਦੇ ਕਿਸੇ ਬਾਜ਼ਾਰ। ਨਾ ਉਹਨੂੰ ਆਪ ਨੂੰ ਪਤਾ ਸੀ ਕਿੱਧਰ ਜਾ ਰਿਹਾ। ਇੱਕ ਬਾਜ਼ਾਰ 'ਚੋਂ ਲੰਘ ਰਿਹਾ ਸੀ, ਅਚਨਚੇਤ ਗੱਡੀ ਉਹਦੇ ਕੋਲ ਆ ਕੇ ਖੜੋ ਗਈ। ਆਵਾਜ਼ ਪਈ, ਰਾਮਿਆ ਰਾਮਿਆ। ਰਾਮੂ ਲਾਗੇ ਗਿਆ ਤੇ ਕਹਿਣ ਲੱਗਾ, ਸੇਠ ਜੀ ਤੁਸੀਂ ਹੋ? ਮੈਂ ਤੁਹਾਡੇ ਵੱਲ ਹੀ ਚੱਲਿਆ ਸੀ। ਸੇਠ ਨੇ ਰਾਮੂ ਨੂੰ ਗੱਡੀ 'ਚ ਬਿਠਾ ਲਿਆ ਤੇ ਘਰ ਪਹੁੰਚ ਕੇ ਉਸੇ ਪੁਰਾਣੇ ਕਮਰੇ 'ਚ ਉਸੇ ਤਰ੍ਹਾਂ ਦਰਵਾਜ਼ੇ ਬਾਰੀਆਂ ਬੰਦ ਕਰਕੇ ਲੱਗੇ ਗੱਲਾਂ ਕਰਨ। ਸੇਠ ਕਹਿੰਦਾ, ਰਾਮਿਆ ਤੂੰ ਸਾਡਾ ਕੰਮ ਤੇ ਕੀਤਾ ਨਹੀਂ। ਸੇਠਾ ਕੀ ਦੱਸਾਂ, ਉਸੇ ਰਾਤ ਜਾ ਕੇ ਆਦਮੀ 4 ਮੈਂ ਲੈ ਆਇਆ। 2 ਜਾ ਕੇ ਉਹਦਾ ਘਰ ਵੇਖ ਆਏ ਸਨ, ਪਰ ਸੰਤ ਕਰਾਮਾਤੀ ਹੈ, ਪਰਮਾਤਮਾ ਨੇ ਮੇਰਾ ਮੁੰਡਾ ਮਾਰ ਕੇ ਉਹਦੀ ਜਾਨ ਬਚਾਤੀ। ਹੈਂ, ਇਹ ਕੀ ਗੱਲ? ਕੀ ਦੱਸਾਂ ਜੀ, ਮੇਰਾ ਮੁੰਡਾ ਕੁਛ ਦਿਨ ਪਹਿਲਾਂ ਹੀ ਬੁਖਾਰ ਨਾਲ ਬਿਮਾਰ ਸੀ। ਉਹ ਦਿਨ ਅਸੀਂ ਸਾਰੇ ਡਿਊਟੀ 'ਚ ਬੈਠੇ ਸ਼ਰਾਬ ਪੀ ਰਹੇ ਸੀ। ਮੁੰਡਾ ਅਚਨਚੇਤ ਮਰ ਗਿਆ। ਫਿਰ ਕੀ ਸੀ, ਘਰ 'ਚ ਤੇ ਮੁਹੱਲੇ 'ਚ ਰੌਲਾ ਪੈ ਗਿਆ ਤੇ ਉਹ 4 ਬੰਦੇ ਵਾਪਸ ਸਭਰਾਵਾਂ ਨੂੰ ਚਲੇ ਗਏ। ਅੱਛਾ ਰਾਮਿਆ, ਹੁਣ ਸੁਣਾ। ਕੀ ਸੁਣਾਵਾਂ, ਮੈਂ ਤੇ ਕੰਨਾਂ ਨੂੰ ਹੱਥ ਲਾਇਆ। ਮੈਨੂੰ ਤੇ ਸੰਤ ਪ੍ਰਤੱਖ ਸਾਈਂ ਦਾ ਰੂਪ ਨਜ਼ਰ ਆਉਂਦਾ। ਰਾਮਿਆ ਤੇਰਾ ਤੇ ਸਿਰ ਫਿਰ ਗਿਆ। ਕੁਝ ਵੀ ਹੋਵੇ, ਮੇਰੀ ਤਾਂ ਦੁਹਾਈ ਜੇ, ਬੋੜੀ ਜੇ। ਮੈਂ ਤੇ ਉਹ ਸੰਤ ਦੇ ਵਾਲ ਵੱਲ ਵੀ ਨਹੀਂ ਵੇਖ ਸਕਦਾ ਤੇ ਮੈਂ ਹੋਰ ਕਿਸੇ ਤੇ ਇਤਬਾਰ ਨਹੀਂ ਕਰ ਸਕਦਾ। ਫਿਰ ਤੁਸੀਂ ਆਪਣੇ ਘਰ ਆਨੰਦ ਲਓ, ਉਹ ਆਪਣੇ ਘਰ ਆਨੰਦ ਲੈਣ। ਰਾਮਿਆ ਦਰਦ ਦਾ ਰੁਲਦਾ ਫਿਰਦਾ, ਦੁਨੀਆ ਤੈਨੂੰ ਧਰਕਾਰ ਦੀ। ਦਿਲ ਤਗੜਾ ਕਰ ਤੇ ਮੇਰਾ ਕੰਮ ਕਰ। ਮੈਂ ਤੈਨੂੰ 1000 ਰੁਪਏ ਦੇ ਕੇ ਸੇਠ ਬਣਾ ਦਿਆਂਗਾ। ਨਾ ਜੀ, ਕਿਤਾ ਚਿੱਤ ਨਹੀਂ। ਪਿਛਲੀ ਵਾਰੀ ਮੇਰੇ ਪੱਲੇ ਇੱਕ ਪੈਸਾ ਨਹੀਂ ਸੀ। ਮੁੰਡੇ ਨੂੰ ਬਚਾਉਣ ਖਾਤਰ ਤਾਂ ਮੈਂ ਇਹ ਪਾਪ ਕਰਨਾ ਮੰਨਿਆ ਸੀ ਤੇ ਪਰਮਾਤਮਾ ਨੇ ਮੇਰਾ ਮੁੰਡਾ ਹੀ ਮਾਰ ਦਿੱਤਾ। ਅੱਛਾ ਫਿਰ ਕੋਈ ਹੋਰ ਇਤਬਾਰੀ ਆਦਮੀ ਟਕਰਾ। ਕੰਮ ਤਾਂ ਇਹ ਵੀ ਬੜਾ ਪਾਪ ਵਾਲਾ, ਪਰ ਮੈਂ ਭੁੱਖਾਂ ਤੇ ਦਰਅਸਲ ਮੈਂ ਦਰ ਰੁਲਦਾ ਫਿਰਦਾ। ਜਿਹੜੇ ਮੈਂ 4 ਬੰਦੇ ਲਿਆਇਆ ਸੀ ਉਹਨਾਂ ਵਿੱਚੋਂ ਇੱਕ ਮੱਲ ਸਿੰਘ ਹੈ, ਕਠੋਰ ਚਿੱਤ ਹੈ ਤੇ ਅੱਗੋਂ 2-3 ਖੂਨ ਕਰ ਚੁੱਕਿਆ। ਉਹਨੂੰ ਆਖੋ ਤਾਂ ਤੁਹਾਡੇ ਪਾਸ ਲੈ ਆਵਾਂ। ਅੱਛਾ ਉਹਨੂੰ ਲੈ ਆ, ਪਰ ਇਸ ਵਾਰੀ ਗੱਲ ਦੀ ਧੂੰ ਨਾ ਨਿਕਲੇ। ਸੇਠ ਜੀ ਰੁਪਇਆ 1000 ਲਵਾਂਗਾ, 500 ਰੁਪਇਆ ਪਿਛਲੀ ਗੱਲ ਲੁਕਾਈ ਰੱਖਣ ਦਾ ਤੇ 500 ਰੁਪਇਆ ਮੱਲ ਸਿੰਘ ਨੂੰ ਲਿਆਉਣ ਦਾ, ਤੇ ਮੈਂ ਇੱਕ ਕੌਡੀ ਨਹੀਂ ਦਿਆਂਗਾ। ਅੱਗੇ ਹੀ ਤੂੰ ਮੇਰਾ 600 ਰੁਪਇਆ ਹਜ਼ਮ ਕਰ ਗਿਆ। ਅੱਛਾ ਜਾ ਰਿਪੋਰਟ ਕਰਕੇ ਵੇਖ ਤਾਂ ਸਹੀ। ਮੈਨੂੰ ਪਿਓ ਦਾ ਪੁੱਤ ਨਾ ਸਮਝੀ ਜੇ ਤੈਨੂੰ 7 ਸਾਲ ਲਈ ਜੇਲ੍ਹ ਖਾਨੇ ਨਾਲ ਘਲਵਾ ਦਿੱਤਾ। ਸੇਠਾ ਤੂੰ ਹੈ ਕੌਣ? ਤੂੰ ਹੈ ਕਿਹੜੇ ਪਿਓ ਦਾ ਪੁੱਤ? ਮੈਨੂੰ ਜੇਲ੍ਹ ਖਾਨੇ ਦਾ ਕੋਈ ਡਰ ਨਹੀਂ, ਪਰ ਤੂੰ ਵੇਖੇਂਗਾ ਕਿ ਤੂੰ ਜੇਲ੍ਹ ਖਾਨੇ ਜਾਏਂਗਾ ਕਿ ਮੈਂ ਜਾਵਾਂਗਾ। ਸੇਠ ਠੰਡਾ ਹੋ ਕੇ, ਅੱਛਾ ਰਾਮਿਆ ਮੈਂ ਤੇਰੇ ਨਾਲ ਵਿਗਾੜਨਾ ਨਹੀਂ ਚਾਹੁੰਦਾ, ਪੁਰਾਣਾ ਮਿੱਤਰ ਹੈ। ਮੈਂ ਪੈਸੇ ਪਿੱਛੇ ਤੇਰੇ ਨਾਲ ਵਿਗਾੜਨਾ ਠੀਕ ਨਹੀਂ ਸਮਝਦਾ, ਪਰ ਤੂੰ ਮਿੱਤਰਾਂ ਵਾਂਗ ਮੰਗਿਆ ਕਰ। ਦਬਕੇ ਮਾਰਨ ਦਾ ਕੋਈ ਰਾਹ ਨਹੀਂ। ਨਹੀਂ ਸੇਠ ਜੀ, ਮੈਂ ਗਰੀਬ ਆਦਮੀ ਹਾਂ, ਮੈਂ ਕੀ ਤੁਹਾਨੂੰ ਦਬਕੇ ਮਾਰ ਸਕਦਾ। ਕੱਢੋ ਰੁਪਇਆ 1000, ਮੈਂ ਸਵੇਰੇ ਜਾ ਕੇ ਸਭਰਾਵਾਂ ਤੋਂ ਮੱਲ ਸਿੰਘ ਨੂੰ ਲੈ ਆਉਣਾ। ਕੱਲ੍ਹ ਸਵੇਰੇ ਮਿਲੇਗਾ। ਅੱਛਾ ਜੀ, ਪਰ ਹੁਣ ਮੈਂ ਰਾਤ ਰਵਾਂਗਾ ਵੀ ਇੱਥੇ ਹੀ, ਮੇਰੀ ਹੋਰ ਕੋਈ ਥਾਂ ਨਹੀਂ। ਮੈਨੂੰ ਇੱਕ ਮੰਜਾ ਦੇ ਦਿਓ, ਮੈਂ ਇੱਥੇ ਹੀ ਲੰਮਾ ਪੈ ਰਵਾਂਗਾ। ਸੇਠ ਘਬਰਾ ਗਿਆ ਤੇ ਮੂੰਹ ਹਾਂ ਜਾਂ ਨਾ ਨਿਕਲੇ। ਰਾਮੂ ਕਹਿਣ ਲੱਗਾ, ਸੇਠ ਜੀ ਘਬਰਾਓ ਨਾ, ਮੈਂ ਕਦੇ ਬਚਨ ਕਰਕੇ ਤੁਹਾਡੇ ਨਾਲ ਭੰਗ ਨਹੀਂ ਕੀਤਾ ਤੇ ਨਾ ਹੀ ਮੈਂ ਤੁਹਾਡਾ ਵੈਰੀ ਹਾਂ ਕਿ ਤੁਸੀਂ ਮੈਨੂੰ ਰਾਤ ਘਰ ਰੱਖਣ ਤੋਂ ਸੰਗੋ। ਅੰਗ 12ਵਾਂ। ਜ਼ੋਰਾਂ ਵਾਲਿਆਂ ਨੂੰ ਯਾਰੋ ਭੁੱਲ ਵਹਿੰਦਾ, ਲੇਖਾ ਦੇਵਣਾ ਅੰਤ ਐਮਾਲ ਉੱਤੇ। ਮਾਤਾ ਭਾਗਵੰਤੀ ਆਪਣੀ ਜ਼ਮੀਨ ਦੇ ਬਾਗ ਠੇਕੇ 'ਤੇ ਦੇ ਕੇ ਸਾਉਣ ਦੇ ਸ਼ੁਰੂ ਵਿੱਚ ਅੰਮ੍ਰਿਤਸਰ ਪਹੁੰਚ ਗਈ ਸੀ ਤੇ ਘਰ ਦੇ ਸਾਰੇ ਜੀਅ ਮਾਤਾ ਦਾ ਬਹੁਤ ਆਦਰ ਕਰਦੇ ਸਨ। ਮਾਤਾ ਜੀ ਰੋਜ਼ ਨੇਮ ਨਾਲ ਮਹਾਤਮਾ ਜੀ ਤੇ ਦੇਵੀ ਦੇ ਨਾਲ ਦਰਬਾਰ ਸਾਹਿਬ ਜਾਂਦੇ। ਉਹਨਾਂ ਨਾਲ ਦੋਵੇਂ ਇੱਕ ਵੇਲੇ ਘਰ ਦੀ ਰੋਟੀ ਤਿਆਰ ਕਰਦੇ। ਰਾਧਾ ਤੇ ਰੁਕਮਣ ਦੋਵੇਂ ਉਹਨਾਂ ਨਾਲ ਕੰਮ ਕਰਦੀਆਂ। ਦੇਵੀ ਦੀ ਜਦੋਂ ਕਿਤੇ ਵੇਲ ਮਿਲੇ ਹੱਥ ਵਟਾਉਂਦੀ ਸੀ, ਇਸ ਕਰਕੇ ਰਸੋਈਏ ਸਾਰੇ ਹਟਾ ਦਿੱਤੇ ਗਏ। ਮਾਤਾ ਜੀ ਦਾ ਇੱਕ ਹੋਰ ਨੇਮ ਚਰਖਾ ਕੱਤਣਾ ਸੀ ਤੇ ਚਰਖੇ ਦੇ ਨਾਲ ਉਹ ਵੈਰਾਗਮਈ ਸ਼ਬਦ ਪੜ੍ਹਦੇ ਸਨ। ਇੱਕ ਦਿਨ ਰੋਟੀ ਆਦਿ ਤੋਂ ਵਿਹਲੇ ਹੋ ਕੇ ਰਾਧਾ ਤੇ ਮਾਤਾ ਭਾਗਵੰਤੀ ਦੋਵੇਂ ਰਾਮ ਬਾਗ 'ਚ ਜਾ ਬੈਠੀਆਂ। ਥੋੜ੍ਹੇ ਚਿਰ ਪਿੱਛੋਂ ਉੱਥੇ ਇੱਕ ਬਿਰਧ ਮਾਈ ਤੇ ਇੱਕ ਨੌਜਵਾਨ ਮੁੰਡਾ ਵੀ ਆ ਗਏ। ਮੁੰਡਾ ਤਾਂ ਜ਼ਰੇ ਪਰੇ ਖਲੋਤਾ ਰਿਹਾ, ਮਾਈ ਲਾਗੇ ਆ ਗਈ ਤੇ ਰਾਧਾ ਨੂੰ ਆਵਾਜ਼ ਦੇ ਕੇ ਵੱਖਰਿਆਂ ਕਰਕੇ ਗੱਲਾਂ ਕਰਨ ਲੱਗੀ। ਮਾਈ ਰਾਮੋ, ਰਾਧਾ ਤੂੰ ਚੰਗੇ ਖਾਨਦਾਨ ਦੀ ਸਹਿ ਤੇ ਪਰਮਾਤਮਾ ਨੇ ਤੈਨੂੰ ਰੂਪ ਵੀ ਦਿੱਤਾ ਹੋਇਆ ਸੀ, ਪਰ ਤੇਰਾ ਜੀਵਨ ਤੇ ਭੰਗ ਦੇ ਪਹਾੜੇ ਗਿਆ। ਕਿਉਂ ਮਾਤਾ? ਮੈਂ ਤੇ ਬੜੀ ਪ੍ਰਸੰਨ ਕਾਹਦੀ ਹੈ? ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ। ਭਾਵੇਂ ਦੇਵੀ ਬੜੀ ਚੰਗੀ ਹੈ, ਫਿਰ ਵੀ ਤੂੰ ਤੇ ਨੌਕਰਾਣੀ ਹੀ ਹੈ ਨਾ। ਪਰ ਅਧੀਨ ਸੁਪਨੇ ਸੁਖ ਨਾਈ। ਮੇਰੀ ਤਾਂ ਬੜੀ ਇੱਛਾ ਹੈ ਕਿ ਤੇਰਾ ਆਪਣਾ ਘਰ ਹੁੰਦਾ, ਬਾਰ ਹੁੰਦਾ, ਔਲਾਦ ਹੁੰਦੀ। ਅੱਛਾ ਜੋ ਗੁਰੂ ਪਾਉਂਦਾ ਸੋ ਹੀ ਹੁੰਦਾ। ਮਾਤਾ ਜੀ ਮੈਨੂੰ ਕੋਈ ਘਰ ਬਾਰ ਤੇ ਔਲਾਦ ਦੀ ਇੱਛਾ ਨਹੀਂ, ਮੇਰਾ ਇਹੋ ਘਰ ਬਾਰ ਚੰਗਾ। ਇਹ ਤਾਂ ਤੇਰਾ ਸਾਊਪਣ ਹੈ, ਅਜੇ ਤੂੰ ਨਿਆਣੀ ਹੈ। ਮੇਰੀ ਉਮਰ ਦੀ ਹੋਏਗੀ ਤੇ ਪੁੱਤਾਂ ਧੀਆਂ ਨੂੰ ਸਹਿਕੇਂਗੀ। ਵੇਖ ਮੇਰਾ ਉਹ ਮੁੰਡਾ ਕਿੱਡਾ ਸੋਹਣਾ ਜਵਾਨ ਹੈ ਵੀ ਤੇਰੇ ਸੁਭਾਅ ਤੇ ਤੇਰੀ ਸੂਰਤ ਦੇ ਮੋਹਿਤ, ਪਰ ਕੁੜੀਏ
ਨਾ ਤੇਰੇ ਪਾਸ ਪੈਸਾ ਨਾ ਸਾਡੇ ਪਾਸ, ਜੇ ਜੋੜ ਹੋ ਜਾਏ ਤਾਂ ਵੀ ਭੁੱਖੇ ਮਰਨ ਵਾਲੀ ਗੱਲ ਹੈ। ਮਾਤਾ ਜੀ ਫਿਰ ਦੱਸੋ ਪੈਸੇ ਦਾ ਕੀ ਉਪਾਅ ਕਰੀਏ? ਬੁੱਢੀ ਫਾਫਾ ਦੀ ਅੱਖ ਲਿਸ਼ਕੀ। ਉਹ ਸਮਝਿਆ ਮੇਰਾ ਤੀਰ ਕਾਰੀ ਪਿਆ। ਕਹਿਣ ਲੱਗੀ, ਮਾਈ ਮੈਂ ਤੈਨੂੰ ਇੱਕ ਪੁੜੀ ਲਿਆ ਦਿਆਂਗੀ, ਮਹਾਤਮਾ ਤੇ ਦੇਵੀ ਦੀ ਦਾਲ ਵਿੱਚ ਤੂੰ ਪਾ ਦੇਈਂ, ਇਹਦੇ ਬਦਲੇ ਤੈਨੂੰ 10,000 ਰੁਪਇਆ ਲਿਆ ਦਾਂਗੀ। ਇਸ ਛੋਟੀ ਜਿਹੀ ਗੱਲ ਨਾਲ ਤੇਰਾ ਜੀਵਨ ਸਫਲਾ ਹੋ ਜਾਏਗਾ। ਪੰਡਤ ਆਖਦੇ ਆ ਕਿ ਜਿਹਦੀ ਔਲਾਦ ਨਾ ਹੋਵੇ ਉਹਦੀ ਲੋਕ ਪਰਲੋਕ ਦੋਹਾਂ 'ਚ ਢੋਈ ਨਹੀਂ ਹੁੰਦੀ। ਬੱਚੀ ਤੂੰ ਬਹੁਤ ਸਿਆਣੀ ਹੈ, ਤੂੰ ਇਸ਼ਾਰੇ ਨੂੰ ਤਾਂ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਨਾ। ਰਾਧਾ ਨੇ ਪੈਰੋਂ ਜੁੱਤੀ ਲਾਈ ਤੇ ਬੁੱਢੀ ਫਾਫਾ ਦੇ ਮੂੰਹ ਤੇ 5-7 ਜੜ ਦਿੱਤੀਆਂ। ਕਹਿਣ ਲੱਗੀ, ਬੁੱਢੀਏ ਫਾਫਣੇ ਦੋਜਕਣੇ, ਤੈਨੂੰ ਸਾਰਾ ਸ਼ਹਿਰ ਜਾਣਦਾ, ਮੈਨੂੰ ਤੂੰ ਦੇਵੀ ਨਾ ਸਮਝ, ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰਾਂਗੀ। ਬੁੱਢੀ ਉਹਦੇ ਪੈਰੀਂ ਹੱਥ ਲਾਏ, ਆਖੇ, ਰਾਧਾ ਤੈਨੂੰ ਭੁਲੇਖਾ ਲੱਗਾ, ਮੈਂ ਤੇ ਮਹਾਤਮਾ ਦੀ ਭਗਤਣੀ ਆ। ਇਹ ਕੌਤਕ ਵੇਖ ਕੇ ਮਾਤਾ ਭਾਗਵੰਤੀ ਵੀ ਨੇੜੇ ਆ ਗਈ ਤੇ ਕਹਿਣ ਲੱਗੀ, ਰਾਧਾ ਜੇ ਮਾਈ ਬੁੱਢੀ ਨੇ ਕੋਈ ਭੁੱਲ ਵੀ ਕੀਤੀ ਹੈ ਤਾਂ ਇਹਨੂੰ ਬਖਸ਼ ਦੇ, ਜਾਣਦੇ ਵਿਚਾਰੀ ਨੂੰ। ਰਾਧਾ ਜ਼ਰਾ ਕੁ ਲੰਬੀ ਹੋਈ ਕਿ ਬੁੱਢੀ ਰਾਮੋ ਝੱਟ ਹਵਾ ਹੋ ਗਈ। ਤੇ ਜਦ ਮਾਤਾ ਭਾਗਵੰਤੀ ਨੇ ਸਾਰਾ ਕਿੱਸਾ ਸੁਣਿਆ ਤੇ ਬੜੀ ਘਬਰਾਈ ਤੇ ਰੋਈ। ਘਰ ਜਾ ਕੇ ਮਹਾਤਮਾ ਜੀ ਨੂੰ ਕਹਿਣ ਲੱਗੀ, ਇੰਦਰ ਮੈਂ ਤੈਨੂੰ ਇੱਥੇ ਨਹੀਂ ਰਹਿਣ ਦੇਣਾ, ਤੂੰ ਮੇਰੇ ਨਾਲ ਕੱਲਰ ਚੱਲ, ਦੇਵੀ ਤੇ ਰਾਧਾ ਨੂੰ ਵੀ ਨਾਲ ਲੈ ਚੱਲ, ਇੱਥੇ ਤਾਂ ਰੋਜ਼ ਤੈਨੂੰ ਮਾਰਨ ਦੀਆਂ ਗੋਂਦਾਂ ਗੁੰਦੀਆਂ ਜਾਂਦੀਆਂ। ਮਹਾਤਮਾ ਜੀ ਕਹਿਣ ਲੱਗੇ, ਮਾਤਾ ਜੀ ਕੱਲਰ ਕੋਈ ਹੋਰ ਪਰਮਾਤਮਾ ਨਹੀਂ, ਤੁਸੀਂ ਤੇ ਹਰ ਰੋਜ਼ ਪਾਠ ਕਰਦੇ ਹੋ, ਮਾਰੇ ਰੱਖ ਹੈ ਇੱਕ ਹੈ, ਇੱਕੋ ਆਪ ਮਾਨੁਕੇ ਕਿਛ ਨਾਹੀ ਹਾਥ। ਹਰਨਾਕਸ਼ ਨੇ ਪ੍ਰਹਿਲਾਦ ਨੂੰ ਮਾਰਨ ਦੇ ਬੜੇ ਯਤਨ ਕੀਤੇ। ਇਨਸਾਨ ਤਾਂ ਕਠਪੁਤਲੀਆਂ ਹੈ, ਸ਼ਕਤੀ ਸਾਰਿਆਂ ਵਿੱਚ ਉਸੇ ਦੀ ਵਸਦੀ ਹੈ, ਜੋ ਉਹਨੂੰ ਭਾਉਂਦਾ ਸੋਈ ਹੁੰਦਾ ਹੈ। ਕਾਠ ਕੀ ਪੁੱਤਰੀ ਕਹਾ ਕਰੇ ਬੱਪਰੀ, ਖਿਲਾਵਨ ਹਾਰੋ ਜਾਣੇ। ਇਸ ਗੱਲ ਤੋਂ ਪਿੱਛੋਂ ਮਾਤਾ ਭਾਗਵੰਤੀ ਤੇ ਰਾਧਾ ਰੋਟੀ ਦਾ ਜ਼ਿਆਦਾ ਖਿਆਲ ਰੱਖਣ ਲੱਗ ਪਈਆਂ। ਆਪਣੇ ਦੋਹਾਂ ਤੋਂ ਬਗੈਰ ਹੋਰ ਕਿਸੇ ਨੂੰ ਚੌਂਕੇ 'ਚ ਵੜਨ ਨਾ ਦੇਣ, ਪਹਿਲਾਂ ਆਪ ਹਰ ਇੱਕ ਚੀਜ਼ ਖਾ ਕੇ ਵੇਖ ਲਿਆ ਕਰਨ। ਇਸ ਕੌਤਕ ਤੋਂ ਕੋਈ 10-15 ਦਿਨਾਂ ਬਾਅਦ ਇੱਕ ਦਿਨ ਹਨੇਰਾ ਹੋ ਗਿਆ। ਮੁਹੰਮਦ ਅੰਦਰ ਆਇਆ, ਕਹਿਣ ਲੱਗਾ ਕਿ 2 ਸਿੱਖ ਬਾਹਰ ਖੜੋਤੇ ਨੇ, ਉਹ ਮਹਾਤਮਾ ਜੀ ਨੂੰ ਮਿਲਣਾ ਚਾਹੁੰਦੇ ਨੇ। ਰਾਧਾ ਅੱਗੇ ਨਾਲੋਂ ਜ਼ਿਆਦਾ ਚੁਕੰਨੀ ਹੋਈ ਸੀ, ਆਪ ਬਾਹਰ ਗਈ, ਉਹਨਾਂ ਨੂੰ ਵੇਖ ਕੇ ਹੈਰਾਨ ਹੋ ਗਈ। ਉਹਨਾਂ ਨੂੰ ਕਹਿਣ ਲੱਗੀ, ਤੁਸੀਂ ਤੇ ਉਹ ਹੀ ਦੋਏ ਹੋ ਜਿਹੜੇ ਅੱਗੇ ਇੱਕ ਵਾਰੀ ਆਏ ਸੋ ਤੇ ਕਹਿੰਦੇ ਸੋ ਕਿ ਅਸੀਂ ਸੁਲਤਾਨਵਿੰਡ ਦੇ ਰਹਿਣ ਵਾਲੇ ਹਾਂ, ਤੇ ਕਹਿੰਦਾ ਸੀ ਕਿ ਮੇਰੀ ਔਰਤ ਨੂੰ ਬਹੁਤ ਤਕਲੀਫ ਹੈ। ਉਹ ਕਹਿਣ ਲੱਗੇ, ਨਹੀਂ ਜੀ ਤੁਸੀਂ ਭੁੱਲਦੇ ਹੋ, ਨਾ ਅਸੀਂ ਅੱਗੇ ਕਦੀ ਆਏ ਹਾਂ, ਨਾ ਸੁਲਤਾਨਵਿੰਡ ਦੇ ਰਹਿਣ ਵਾਲੇ, ਅਸੀਂ ਕੋਟ ਸੈਦਾ ਮਹਿਮੂਦ ਤੋਂ ਆਏ ਹਾਂ। ਰਾਧਾ ਨੇ ਤਗੜੇ ਹੋ ਕੇ ਕਿਹਾ, ਤੁਸੀਂ ਉਹ ਚੱਕੇ ਹੋ, ਡਾਕੂ ਹੋ, ਮੈਂ ਤੁਹਾਨੂੰ ਪਛਾਣ ਲਿਆ, ਠਹਿਰੋ ਤੁਹਾਨੂੰ ਪੁਲਿਸ ਦੇ ਹਵਾਲੇ ਕਰਦੀ ਹਾਂ। ਉਹਨਾਂ 'ਚੋਂ ਇੱਕ ਨੇ ਅੱਗੇ ਹੋ ਕੇ ਸਹਿਜੇ ਜਿਹੇ 5 ਰੁਪਏ ਦਾ ਨੋਟ ਰਾਧਾ ਦੀ ਤਲੀ ਤੇ ਰੱਖਤਾ। ਕਹਿਣ ਲੱਗਾ, ਬੀਬੀ ਤੂੰ ਜਾਣਦੀ ਅਸੀਂ ਚਲੇ ਜਾਂਦੇ ਹਾਂ, ਅਸੀਂ ਤੇ ਸਿਰਫ ਮਹਾਤਮਾ ਜੀ ਦੇ ਦਰਸ਼ਨ ਹੀ ਕਰਨੇ ਸੀ। ਰਾਧਾ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਕਿ ਆਦਮੀ ਬੁਰੇ ਹੈ ਤੇ ਬੁਰੀ ਨੀਅਤ ਨਾਲ ਇੱਥੇ ਆਉਂਦੇ ਆ। ਰਾਧਾ ਨੇ ਮਾਤਾ ਭਾਗਵੰਤੀ ਨਾਲ ਇਸ ਸਾਰੀ ਗੱਲ ਦਾ ਜ਼ਿਕਰ ਕੀਤਾ। ਸਲਾਹ ਕਰਕੇ ਘਰ 'ਚ ਜਿਹੜੇ 4 ਮਰਦ ਨੌਕਰ ਸਨ, ਉਹਨਾਂ ਸਾਰਿਆਂ ਦੇ ਮੰਜੇ ਪੌੜੀਆਂ ਦੇ ਸਾਹਮਣੇ ਢੁਆ ਦਿੱਤੇ। ਕੋਠੇ ਦੇ ਪੌੜੀਆਂ ਦੇ ਨਾਲ ਰਾਧਾ ਦਾ ਮੰਜਾ ਸੀ, ਨਾਲ ਦੇਵੀ ਦਾ, ਨਾਲ ਮਾਤਾ ਭਾਗਵੰਤੀ ਦਾ, ਸਾਰਿਆਂ ਤੋਂ ਅਖੀਰ ਮਹਾਤਮਾ ਜੀ ਦਾ ਮੰਜਾ ਸੀ। ਜਿਹਨੂੰ ਕਿਸੇ ਗੱਲ ਦਾ ਡਾਢਾ ਫਿਕਰ ਲੱਗ ਪਏ, ਉਹਨੂੰ ਨੀਂਦ ਕਿੱਥੇ ਪੈਂਦੀ ਹੈ। ਮਾਤਾ ਭਾਗਵੰਤੀ ਉਂਝ ਤਾਂ ਚੁੱਪ ਕਰਕੇ ਮੰਜੇ ਤੇ ਲੇਟੀ ਹੈ, ਇਉਂ ਜਾਪਦਾ ਜਿਵੇਂ ਸੁੱਤੀ ਹੋਈ ਹੈ, ਪਰ ਅੰਦਰੋਂ ਉਹਦੇ ਦਿਲ 'ਚ ਤੌਖਲਾ ਹੈ, ਇਸੇ ਕਰਕੇ ਉਹਦੀਆਂ ਅੱਖਾਂ 'ਚ ਨੀਂਦ ਨਹੀਂ। ਰਾਤ ਦੇ 12 ਵੱਜ ਚੁੱਕੇ ਆ ਜੀ, ਇੱਕ ਅਜੇ ਨਹੀਂ ਸੀ ਵੱਜਿਆ ਕਿ ਅਚਨਚੇਤ ਪੌੜੀਆਂ ਦੇ ਹੇਠ ਰੌਲਾ ਪੈ ਗਿਆ। ਮਾਤਾ ਜੀ ਛੇਤੀ ਨਾਲ ਮਹਾਤਮਾ ਜੀ ਨੂੰ ਟੁੰਬ ਕੇ ਜਗਾਇਆ। 4 ਸਿੱਖ ਡਾਕੂ ਪੌੜੀਆਂ ਤੇ ਚੜ੍ਹਨ ਲੱਗੇ। ਮੁਹੰਮਦੇ ਨੂੰ ਜਾਗ ਆ ਗਈ, ਉਹਨੇ ਰੌਲਾ ਪਾਇਆ, ਬਾਕੀ ਦੇ ਵੀ ਉੱਠ ਖੜੋਤੇ। ਮੱਲ ਸਿੰਘ ਤੇ ਬਲਵੰਤਾ ਨੌਕਰ ਨੂੰ ਇੱਧਰ ਉੱਧਰ ਮਾਰ ਕੁਟਾਈ ਕਰਕੇ ਪੌੜੀਆਂ ਤੇ ਚੜ੍ਹ ਗਏ। ਬਾਕੀ ਉਹਨਾਂ ਦੇ ਦੋਵਾਂ ਸਾਥੀਆਂ ਨਾਲ ਨੌਕਰ ਗੁੱਥਮ ਗੁੱਥਾ ਹੋ ਗਏ ਤੇ ਮੱਲ ਸਿੰਘ ਦੇ ਹੱਥ 'ਚ ਛਵੀ ਸੀ ਤੇ ਬਲਵੰਤੇ ਦੇ ਹੱਥ 'ਚ ਸੰਮਾਂ ਵਾਲੀ ਡਾਂਗ ਸੀ। ਉੱਤੇ ਚੜ੍ਹਦਿਆਂ ਮੱਲ ਸਿੰਘ ਨੇ ਦੇਵੀ ਨੂੰ ਮਾਰਨ ਲਈ, ਜੋ ਅਜੇ ਸੁੱਤੀ ਪਈ ਸੀ, ਛਵੀ ਉਲਾਰੀ ਸੀ ਕਿ ਮਹਾਤਮਾ ਜੀ ਜਾਗ ਪਏ। ਉਹਨਾਂ ਦਾ ਸਰੀਰ ਬਹੁਤ ਫੁਰਤੀਲਾ ਸੀ। ਉਹਨਾਂ ਉਲਾਰੀ ਹੋਈ ਛਵੀ ਵੇਖ ਲਈ ਤੇ ਇੱਕ ਛਾਲ ਮਾਰ ਕੇ ਛਵੀ ਮੱਲ ਸਿੰਘ ਦੇ ਹੱਥੋਂ ਖੋਹ ਕੇ ਪਰੇ ਸੁੱਟ ਦਿੱਤੀ। ਮੱਲ ਸਿੰਘ ਨੂੰ ਇਸ ਤਰ੍ਹਾਂ ਚੁੱਕ ਲਿਆ ਜਿਵੇਂ ਬਿੱਲੀ ਆਪਣੇ ਬਲੂੰਗੜੇ ਨੂੰ ਚੁੱਕਦੀ ਹੈ ਤੇ ਅਡੋਲ ਹੀ ਹੇਠਾਂ ਸੁੱਟ ਦਿੱਤਾ। ਬਲਵੰਤਾ ਦੇਖ ਕੇ ਹੈਰਾਨ ਹੋ ਗਿਆ, ਪਰ ਗੱਭਰੂ ਮੁੰਡਾ ਸੀ, ਹੌਸਲੇ ਵਾਲਾ ਸੀ। ਉਹਨੇ ਮਹਾਤਮਾ ਜੀ ਨੂੰ 2 ਡਾਂਗਾਂ ਮਾਰੀਆਂ। ਪਹਿਲੀ ਮੋਢੇ ਤੇ ਲੱਗਣ ਕਰਕੇ ਕੁਝ ਬਚਾਅ ਹੋ ਗਿਆ, ਪਰ ਦੂਜੀ ਸਿਰ 'ਚ ਲੱਗੀ, ਜਿਸ ਨਾਲ ਮੱਥਾ ਪਾਟ ਗਿਆ। ਤੀਜੀ ਡਾਂਗ ਉਹਨੇ ਫਿਰ ਸਿਰ 'ਚ ਉਗਰੀ ਸੀ ਕਿ ਮਹਾਤਮਾ ਜੀ ਨੇ ਆਪਣੇ ਹੱਥਾਂ ਤੇ ਸਹਾਰ ਕੇ ਖੋਹ ਕੇ ਪਰੇ ਸੁੱਟ ਦਿੱਤੀ ਤੇ ਬਲਵੰਤੇ ਨੂੰ ਮੱਲ ਸਿੰਘ ਵਾਂਗ ਚੁੱਕ ਕੇ ਧੜਮ ਹੇਠਾਂ ਸੁੱਟਿਆ। ਬਲਵੰਤੇ ਦੇ ਹੇਠਾਂ ਡਿੱਗਦਿਆਂ ਉਹਨਾਂ ਦੇ ਦੋਵੇਂ ਸਾਥੀ ਪੱਤਰਾਵਾਚ ਗਏ। ਸਾਰੇ ਆਲੇ ਦੁਆਲੇ ਰੌਲਾ ਪੈ ਗਿਆ, ਲੋਕੀ ਇਕੱਠੇ ਹੋ ਗਏ। ਮਹਾਤਮਾ ਜੀ ਦੇ ਮੱਥੇ 'ਚੋਂ ਬੜਾ ਖੂਨ ਵਗ ਰਿਹਾ ਸੀ ਤੇ ਮਹਾਤਮਾ ਜੀ ਕਹਿ ਰਹੇ ਸਨ ਉਹਨਾਂ ਵਿਚਾਰਿਆਂ ਨੂੰ ਸੱਟ ਲੱਗੀ ਹੋਏਗੀ।
ਉਹਨਾਂ ਨੂੰ ਪਹਿਲੇ ਹਸਪਤਾਲ ਪਹੁੰਚਾ ਲਓ। ਮੇਰਾ ਫਿਕਰ ਨਾ ਕਰੋ, ਮੈਂ ਰਾਜੀ ਹਾਂ। ਸਿਵਲ ਹਸਪਤਾਲ ਲਾਗੇ ਹੀ ਸੀ। ਲੋਕੀ ਉਹਨਾਂ ਨੂੰ ਚੁੱਕ ਕੇ ਹਸਪਤਾਲ ਲੈ ਗਏ ਤੇ ਨਾਲ ਦੀ ਕੋਠੀ ਵਾਲਿਆਂ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ। ਦੇਵੀ ਟਾਂਗੇ ਤੇ ਚੜ੍ਹ ਕੇ ਹਵਾ ਹੋ ਗਈ ਤੇ ਅੱਧੇ ਘੰਟੇ 'ਚ ਹੀ ਡਾਕਟਰ ਸੀਤਾਰਾਮ ਨੂੰ ਲੈ ਆਈ ਤੇ ਡਾਕਟਰ ਨੇ ਆ ਕੇ ਮਹਾਤਮਾ ਜੀ ਦਾ ਜ਼ਖਮ ਵੇਖਿਆ। ਕਹਿਣ ਲੱਗੇ, ਮਹਾਤਮਾ ਜੀ ਜ਼ਖਮ ਡੂੰਘਾ, ਇਹਨੂੰ ਟਾਂਕੇ ਲਾਉਣੇ ਪੈਣਗੇ। ਮਹਾਤਮਾ ਜੀ ਕਹਿਣ ਲੱਗੇ, ਅੱਛਾ ਲਾਓ। ਡਾਕਟਰ ਨੇ ਜਵਾਬ ਦਿੱਤਾ, ਕਲੋਰੋਫਾਰਮ ਦਾ ਪ੍ਰਬੰਧ ਮੇਰੇ ਪਾਸ ਤਾਂ ਹੈ ਨਹੀਂ, ਹਸਪਤਾਲ 'ਚ ਹੀ ਹੋ ਸਕੇਗਾ। ਅੱਛਾ ਹੁਣ ਖੂਨ ਬੰਦ ਕਰ ਦੇਣਾ, ਸਵੇਰੇ ਟਾਂਕੇ ਲੱਗ ਜਾਣਗੇ। ਪਰ ਚੰਗਾ ਤਾਂ ਇਹ ਹੁੰਦਾ ਕਿ ਹੁਣੇ ਟਾਂਕੇ ਲੱਗ ਜਾਂਦੇ। ਮਹਾਤਮਾ ਜੀ ਕਹਿਣ ਲੱਗੇ, ਕਲੋਰੋਫਾਰਮ ਦੀ ਜ਼ਰੂਰਤ ਨਹੀਂ, ਤੁਸੀਂ ਬੇਸ਼ੱਕ ਬੇਫਿਕਰ ਹੋ ਕੇ ਟਾਂਕੇ ਲਾਓ, ਮੈਂ ਨਾ ਹਿੱਲਾਂਗਾ ਨਾ ਰੌਲਾ ਪਾਵਾਂਗਾ। ਡਾਕਟਰ ਨੇ ਜ਼ਖਮ ਨੂੰ ਟਾਂਕੇ ਲਾ ਦਿੱਤੇ, ਪਰ ਇਸ ਗੱਲ 'ਤੇ ਹੈਰਾਨ ਹੋਇਆ ਕਿ ਮਹਾਤਮਾ ਜੀ ਨੇ ਸੀ ਤੱਕ ਨਾ ਕੀਤੀ। ਟਾਂਕੇ ਲੱਗਣ ਤੋਂ ਪਿੱਛੋਂ ਮਹਾਤਮਾ ਜੀ ਹੱਠ ਕਰਨ ਲੱਗੇ ਕਿ ਮੈਂ ਉਹਨਾਂ ਗਰੀਬਾਂ ਦੀ ਵੀ ਖਬਰ ਲੈ ਆਵਾਂ। ਖਬਰੇ ਉਹਨਾਂ ਦੀ ਕਿਸੇ ਸਾਰ ਲਈਏ ਕਿ ਨਹੀਂ। ਡਾਕਟਰ ਸਾਹਿਬ ਨੇ ਕਿਹਾ ਕਿ ਤੁਹਾਡੇ ਸਿਰ 'ਚੋਂ ਬਹੁਤ ਖੂਨ ਗਿਆ ਹੈ, ਮੈਂ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦਾ, ਤੁਸੀਂ ਆਰਾਮ ਕਰੋ, ਮੈਂ ਉਹਨਾਂ ਦੀ ਜਾ ਕੇ ਖਬਰ ਲੈਣਾ। ਸਵੇਰ ਹੋਈ, ਮਹਾਤਮਾ ਜੀ ਉੱਠੇ। ਜਿਹੜਾ ਚਿਹਰਾ ਸਦਾ ਸਿਓ ਵਾਂਗ ਭਖਦਾ ਰਹਿੰਦਾ ਸੀ, ਕੁਝ ਪਲੱਤਣ 'ਤੇ ਸੀ। ਮਾਤਾ ਭਾਗਵੰਤੀ ਇਸ ਗੱਲ ਨੂੰ ਵੇਖ ਕੇ ਕੁਝ ਚਿੰਤਾਤੁਰ ਹੋਈ। ਦੇਵੀ ਸਵੇਰੇ ਉੱਠੀ, ਰਾਧਾ ਨੂੰ ਨਾਲ ਲੈ ਕੇ ਹਸਪਤਾਲ ਦੁੱਧ ਲੈ ਕੇ ਗਈ। ਉਹਨਾਂ ਸਿੱਖ ਡਾਕੂਆਂ ਨੂੰ ਪਿਲਾ ਆਈ। ਉਹਨਾਂ ਡਾਕੂਆਂ ਦੇ ਮਨ ਦੀ ਅਵਸਥਾ ਵੀ ਅਜੀਬ ਸੀ। ਆਖਣ, ਜਿਨ੍ਹਾਂ ਨੂੰ ਅਸੀਂ ਕਤਲ ਕਰਨ ਆਏ ਸੀ ਉਹ ਸਾਨੂੰ ਹਸਪਤਾਲ ਪਹੁੰਚਾਉਂਦੇ ਹੈ, ਦੁੱਧ ਪਿਲਾਉਣ ਆ ਪਾਉਂਦੇ ਹੈ, ਅਸੀਂ ਕਿਹੋ ਜਿਹੀ ਦੁਨੀਆ 'ਚ ਆ ਗਏ ਹਾਂ। ਸਵੇਰੇ 10 ਵਜੇ ਦੇ ਕਰੀਬ ਮੁਹੰਮਦ ਇਬਰਾਹਿਮ ਥਾਣੇਦਾਰ ਤਫਤੀਸ਼ ਲਿਆ ਹੈ। ਘਰ ਦੇ ਸਾਰੇ ਬੰਦਿਆਂ 'ਤੇ ਮਹਾਤਮਾ ਜੀ ਦੇ ਬਿਆਨ ਕਲਮਬੰਦ ਕੀਤੇ ਗਏ। ਉਹਦੇ ਉਪਰੰਤ ਉਹ ਡਾਕੂਆਂ ਦੇ ਬਿਆਨ ਲੈਣ ਲਈ ਹਸਪਤਾਲ ਚਲਾ ਗਿਆ। ਬਿਆਨ ਲੈ ਕੇ ਉਹਨਾਂ ਡਾਕੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁਲਿਸ ਦੀ ਹਿਰਾਸਤ 'ਚ ਕਰ ਲਿਆ। ਇਸ ਤੋਂ ਪਿੱਛੋਂ ਥਾਣੇਦਾਰ ਸਿੱਧਾ ਸ਼ਹਿਰ ਨੂੰ ਗਿਆ ਤੇ ਸੇਠ ਕੇਸ਼ੋ ਰਾਮ ਨੂੰ ਗ੍ਰਿਫਤਾਰ ਕਰਕੇ ਹੱਥਕੜੀ ਲਾ ਕੇ ਕੋਤਵਾਲੀ ਲੈ ਆਇਆ। ਇਸ ਗੱਲ ਨੇ ਜਾਣੋ ਸ਼ਹਿਰ 'ਚ ਤਰਥੱਲੀ ਮਚਾ ਦਿੱਤੀ। ਮਰਦਾਂ, ਔਰਤਾਂ, ਬੱਚਿਆਂ ਸਭ ਦੀਆਂ ਜ਼ਬਾਨਾਂ ਮਾਨੋ ਲੰਬੀਆਂ ਹੋ ਗਈਆਂ। ਕੋਈ ਕੇਸ਼ੋ ਰਾਮ ਦੇ ਹੱਕ 'ਚ, ਕੋਈ ਬਰਖਲਾਫ, ਤੇ ਵਿੱਚ ਮਹਾਤਮਾ ਜੀ ਦੇ ਬਰਖਲਾਫ ਹੀ ਗੱਲਾਂ ਕਰਦੇ। ਸੇਠ ਗੋਬਿੰਦ ਦਾਸ ਇੱਕ ਸ਼ਰੀਫ ਆਦਮੀ ਸੀ। ਉਹਦੇ ਆਪਣੇ ਲੜਕੇ ਕੇਸ਼ੋ ਰਾਮ ਨਾਲ ਸੰਬੰਧ ਅੱਛੇ ਨਹੀਂ ਸਨ। ਆਪਣੇ ਲੜਕੇ ਦੀ ਗ੍ਰਿਫਤਾਰੀ ਤੇ ਦੁਰਦਸ਼ਾ ਨੂੰ ਸੁਣ ਕੇ ਸਹਾਰ ਨਾ ਸਕਿਆ। ਉਹਨੇ ਸਾਰੇ ਸੇਠ ਇਕੱਠੇ ਕੀਤੇ ਤੇ ਲੱਗਾ ਲੜਕੇ ਨੂੰ ਛੁਡਾਉਣ ਦਾ ਉਪਰਾਲਾ ਕਰਨ। ਪੁਲਿਸ ਕੋਤਵਾਲ ਨੂੰ ਮਿਲੇ ਤੇ ਲੱਗਾ ਰੁਪਇਆ ਚੁੱਕਣ, ਪਰ ਕੋਤਵਾਲ ਨੇ ਕਿਹਾ, ਪਹਿਲਾਂ ਇਸ ਗੱਲ ਦੀ ਤਸੱਲੀ ਕਰ ਲਓ ਕਿ ਮਹਾਤਮਾ ਜੀ ਮੁਕੱਦਮਾ ਨਹੀਂ ਕਰਨਗੇ। ਜੇ ਉਹ ਕਰਨ ਤਾਂ ਕੇਸ਼ੋ ਰਾਮ ਕਿਸੇ ਹਾਲਤ 'ਚ ਬਰੀ ਨਹੀਂ ਹੋ ਸਕਦਾ। ਇਸ 'ਤੇ ਸੇਠਾਂ ਦਾ ਇੱਕ ਡੈਪੂਟੇਸ਼ਨ ਮਹਾਤਮਾ ਜੀ ਪਾਸ ਗਿਆ। ਜਾ ਕੇ ਕਹਿਣ ਲੱਗਾ, ਕੇਸ਼ੋ ਰਾਮ ਮੂਰਖ ਹੈ, ਪਾਜੀ ਹੈ, ਤੇ ਤੁਸੀਂ ਮਹਾਤਮਾ ਹੋ, ਖਿਮਾ ਕਰੋ ਤੇ ਉਹਨੂੰ ਬਖਸ਼ੋ। ਮਹਾਤਮਾ ਜੀ ਮੁਸਕਰਾ ਪਏ ਤੇ ਕਹਿਣ ਲੱਗੇ, ਕੇਸ਼ੋ ਰਾਮ ਵੀ ਮੇਰੇ ਪਰਮਾਤਮਾ ਦਾ ਸਰੂਪ ਹੈ। ਮੈਨੂੰ ਤਾਂ ਚਾਰੇ ਪਾਸੇ ਉਹਦਾ ਹੀ ਪਸਾਰਾ ਪਸਰਿਆ ਨਜ਼ਰ ਆਉਂਦਾ ਹੈ, ਤੇ ਜੋ ਕੌਤਕ ਰਾਤ ਨੂੰ ਵਰਤਿਆ ਉਹ ਤਾਂ ਕ੍ਰਿਸ਼ਨ ਦੀ ਲੀਲਾ ਸੀ। ਮੇਰਾ ਕੋਈ ਕੇਸ਼ੋ ਰਾਮ 'ਤੇ ਗੁੱਸਾ ਨਹੀਂ। ਸੇਠ ਖੁਸ਼ੀ ਵਾਪਸ ਗਏ ਤੇ ਪੁਲਿਸ ਨੂੰ ਮਿਲਾ ਕੇ 20,000 ਰੁਪਇਆ ਦੇ ਕੇ ਕੇਸ਼ੋ ਰਾਮ ਨੂੰ ਜ਼ਮਾਨਤ 'ਤੇ ਛੁਡਾ ਕੇ ਲੈ ਗਏ। ਮੁਕੱਦਮਾ ਚੱਲਿਆ। ਮਲ ਸਿੰਘ ਤੇ ਬਲਵੰਤਾ ਤਾਂ ਸਾਲ ਦੀ ਕੈਦ ਹੋ ਗਈ, ਪਰ ਕੇਸ਼ੋ ਰਾਮ ਬਰੀ ਹੋ ਗਿਆ। ਕੇਸ਼ੋ ਰਾਮ ਬੜਾ ਬੁਜ਼ਦਿਲ ਆਦਮੀ ਸੀ। 2 ਦਿਨ ਦੀ ਹਵਾਲਾਤ ਨਹੀਂ ਉਹਦਾ ਦਿਮਾਗ ਟਿਕਾਣੇ ਕਰ ਦਿੱਤਾ ਤੇ ਇੰਨਾ ਡਰਿਆ ਕਿ ਗਾਂਹ ਵਾਸਤੇ ਉਹ ਮਹਾਤਮਾ ਜੀ ਦੇ ਬਰਖਲਾਫ ਕੋਈ ਗੋਂਦ ਗੁੰਦੜੋਂ ਤੌਬਾ ਕੀਤੀ। ਧੰਨਵਾਦ।